ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਹਾਂਜੀ, ਸਾਧ ਸੰਗਤ ਜੀਓ, ਸਤਿਗੁਰ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਆਰੰਭਤਾ ਇੱਕ ਤੋਂ ਹੁੰਦੀ ਹੈ। ਸ੍ਰੀ ਜਪਜੀ ਸਾਹਿਬ ਜੀ ਦੀ ਆਰੰਭਤਾ ਇੱਕ ਓੰਕਾਰ ਤੋਂ। ਤਾਂ ਇੱਕ ਓੰਕਾਰ ਦਾ ਸਭ ਤੋਂ ਪਹਿਲਾਂ ਸ਼ੁੱਧ ਉਚਾਰਨ ਜੋ ਹੈ ਉਹ ਸਾਨੂੰ ਸਮਝਣਾ ਹੋਵੇਗਾ। ਇੱਕ ਓੰਕਾਰ, ਇਸ ਪ੍ਰਕਾਰ ਦਾ ਓੰਕਾਰ ਦਾ ਉਚਾਰਨ ਹੈ। ਆਮ ਕਰਕੇ ਬਾਣੀ ਪੜ੍ਹਨ ਵਾਲੇ ਕਈ ਪ੍ਰੇਮੀ ਜਨ ਇਹਨੂੰ ਇੱਕ ਓੰਕਾਰ ਪੜ੍ਹ ਜਾਂਦੇ ਹਨ, ਕਈ ਇੱਕ ਓੰਕਾਰ ਪੜ੍ਹਦੇ ਹਨ। ਸੋ ਓੰਕਾਰ ਲਫ਼ਜ਼ ਹੈ ਪਾਵਨ ਗੁਰਬਾਣੀ ਵਿੱਚ ਕਈ ਥਾਈਂ 'ਤੇ ਆਇਆ ਹੈ, ਜਿਵੇਂ ਦੱਖਣੀ ਓੰਕਾਰ ਰਾਮਕਲੀ ਰਾਗ ਵਿੱਚ ਪਾਵਨ ਪਵਿੱਤਰ ਬਾਣੀ ਵੀ ਆਉਂਦੀ ਹੈ। ਇਸ ਤਰ੍ਹਾਂ ਓੰਕਾਰ ਬ੍ਰਹਮਾ ਉਤਪਤ। ਓੰਕਾਰ ਦਾ ਉਚਾਰਨ ਬਣੇਗਾ ਊੜੇ ਹੋੜਾ ਐੜੇ ਟਿੱਪੀ ਕੱਕੇ ਕੰਨਾ ਰਾਰਾ। ਇਹ ਓੰਕਾਰ ਦਾ ਉਚਾਰਨ ਹੈ। ਇਸ ਦਾ ਅਰਥ ਹੈ, ਜੋ ਆਪਾਂ ਸੁਖੈਣ ਸ਼ਬਦਾਂ ਵਿੱਚ ਸੌਖੇ ਦੇ ਸ਼ਬਦਾਂ ਵਿੱਚ ਇਸ ਦਾ ਅਰਥ ਸਮਝਾਂਗੇ ਕਿ ਇੱਕ ਪਰਮੇਸ਼ਰ, ਓੰਕਾਰ ਨਾਮ ਪਰਮੇਸ਼ਰ ਦਾ ਹੈ। ਉਹ ਪਰਮੇਸ਼ਰ ਇੱਕ ਹੈ। ਸਤਨਾਮ ਉਹਦਾ ਨਾਮ ਸੱਚਾ ਹੈ। ਕਰਤਾ ਪੁਰਖ, ਕਰਤਾ ਉਹ ਸਾਰਿਆਂ ਦਾ ਕਰਨਹਾਰ ਹੈ। ਸਾਰੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹਨ। ਪੁਰਖ ਸਾਰਿਆਂ ਦੇ ਵਿੱਚ ਪੂਰਿਆ ਹੋਇਆ ਹੈ। ਨਿਰਭਉ, ਉਹ ਪਰਮੇਸ਼ਰ ਨੂੰ ਕਿਸੇ ਦਾ ਭਉ ਡਰ ਨਹੀਂ ਹੈ, ਭੈ ਤੋਂ ਰਹਿਤ ਹੈ। ਨਿਰਵੈਰ, ਉਸ ਪਰਮੇਸ਼ਰ ਦਾ ਕਿਸੇ ਨਾਲ ਵੈਰ ਨਹੀਂ, ਉਹ ਕਿਸੇ ਨਾਲ ਵੈਰ ਨਹੀਂ ਰੱਖਦਾ। ਅਕਾਲ ਮੂਰਤ, ਅਕਾਲ ਕਾਲ ਨਾਮ ਸਮੇਂ ਦਾ ਹੈ, ਕਾਲ ਨਾਮ ਮੌਤ ਦਾ ਹੈ। ਕਾਲ ਤੋਂ ਰਹਿਤ ਉਸ ਪਰਮੇਸ਼ਰ ਦੀ ਮੂਰਤ ਸ਼ਖਸੀਅਤ ਹੈ। ਉਹਦੀ ਜੋ ਹਸਤੀ ਹੈ ਪਰਮੇਸ਼ਰ ਦੀ, ਉਹਦੇ ਤੇ ਮੌਤ ਦਾ ਸਮੇਂ ਦਾ ਅਸਰ ਨਹੀਂ। ਅਜੂਨੀ, ਜੂਨਾ ਤੋਂ ਰਹਿਤ ਹੈ ਪਰਮੇਸ਼ਰ ਵਾਹਿਗੁਰੂ। ਸੈਭੰ ਦਾ ਅਰਥ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜਪ ਇਸ ਪਾਵਨ ਪਵਿੱਤਰ ਬਾਣੀ ਦਾ ਨਾਮ ਹੈ, ਔਰ ਇਹ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਕਰ, ਜੋ ਉੱਪਰ ਲਿਖੇ ਹੋਏ ਗੁਣਾਂ ਦਾ ਮਾਲਕ ਹੈ, ਜੋ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਉਸ ਪਰਮੇਸ਼ਰ ਦਾ ਨਾਮ ਜਪਣਾ ਕਰ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਪਰਮੇਸ਼ਰ ਆਦਿ ਸਭ ਤੋਂ ਪਹਿਲਾਂ, ਉਦੋਂ ਵੀ ਉਹ ਸੱਚ ਸੀ, ਉਹਦੀ ਹੋਂਦ ਸੀ। ਜੁਗਾਦ ਸੱਚ, ਜਦੋਂ ਯੁੱਗ ਬਣੇ ਸਨ, ਯੁੱਗਾਂ ਦੇ ਬਣਨ ਤੋਂ ਪਹਿਲਾਂ ਯੁੱਗਾਂ ਦੇ ਆਦਿ ਵਿੱਚ ਵੀ ਸੱਚ ਸੀ। ਹੈ ਭੀ ਸੱਚ, ਉਹ ਪਰਮੇਸ਼ਰ ਹੁਣ ਵੀ ਸੱਚ ਹੈ। ਇਹਦਾ ਉਚਾਰਨ ਹੈ ਭੀ ਕਰਾਂਗੇ, ਹੈ ਭੀ ਨਹੀਂ, ਪੱਬੇ ਨਾਲ ਜੋ ਸ਼ੁੱਧ ਉਚਾਰਨ ਹੋਏਗਾ। ਹੈ ਭੀ ਸੱਚ, ਹੁਣ ਵੀ ਹੈ, ਉਹ ਸੱਚਾ ਹੈ, ਕਾਇਮ ਦਾਇਮ ਹੈ। ਨਾਨਕ ਹੋਸੀ ਭੀ ਸੱਚ, ਨਾਨਕ ਤੇ ਜਮਕ ਲਾ ਕੇ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ, ਹੋਸੀ ਭੀ ਸੱਚ, ਅਗਾਮ ਹੀ ਸੱਚ ਹੀ ਹੋਵੇਗਾ, ਸਦਾ ਹੀ ਹੋਵੇਗਾ। ਉਹ ਪਰਮੇਸ਼ਰ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗ। ਉਸ ਪਰਮੇਸ਼ਰ ਦੀ ਇਹ ਸ਼ਖਸੀਅਤ ਹੈ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਹ ਲਲਕਾਰ। ਸਿੱਧਾਂ ਨੇ ਅਨੇਕਾਂ ਪ੍ਰਕਾਰ ਦੇ ਸਵਾਲ ਕੀਤੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿੱਥੇ ਵੀ ਸਿੱਧ ਮਿਲਦੇ ਸਨ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਵਾਰਤਾਲਾਪ ਹੁੰਦੀ ਤੇ ਉਹ ਬੜੇ ਔਖੇ ਔਖੇ ਸਵਾਲ ਗੁਰੂ ਜੀ ਨੂੰ ਕਰਦੇ, ਜੋ ਆਮ ਸੰਸਾਰਿਕ ਮਨੁੱਖ ਸੋਚ ਨਹੀਂ ਸਕਦਾ। ਇਹੋ ਜਿਹੇ ਸਵਾਲ, ਇਹੋ ਜਿਹੇ ਪ੍ਰਸ਼ਨ ਸਿੱਧ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਸਨ। ਤਾਂ ਹੁਣ ਵੀ ਸਿੱਧਾਂ ਨੇ ਪੁੱਛਿਆ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਰ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਵਚਨ ਕਰਦਿਆਂ ਹੋਇਆਂ ਸਿੱਧਾਂ ਨੇ ਆਖਿਆ ਵੀ ਮਹਾਰਾਜ ਦੇਖੋ, ਜੋ ਸੋਚ ਰੱਖਣ ਦੇ ਨਾਲ ਮਨੁੱਖ ਦਾ ਮਨ ਪਵਿੱਤਰ ਹੋ ਸਕਦਾ ਹੈ। ਸੰਸਾਰ ਦੇ ਵਿੱਚ ਇਹ ਤਰੀਕਾ ਹੈ ਕਿ ਕੁਝ ਲੋਕ ਸੋਚ ਦਾ ਬੜਾ ਖਿਆਲ ਰੱਖਦੇ ਹਨ, ਤਨ ਨੂੰ ਬਾਰ-ਬਾਰ ਧੋਣਾ। ਇਸ ਪ੍ਰਕਾਰ ਇੱਥੋਂ ਤੱਕ ਕਿ ਲੱਕੜਾਂ ਵੀ ਧੋ ਕੇ ਬਾਲਣੀਆਂ, ਵੈਸ਼ਨਵ ਮਤ ਦੇ ਜਿਹੜੇ ਸਾਧ ਹਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਣ ਲੱਗੇ ਕਿ ਕੀ ਮਹਾਰਾਜ ਸੋਚ ਰੱਖਿਆ ਪਰਮੇਸ਼ਰ ਦੀ ਪ੍ਰਾਪਤੀ ਸੰਭਵ ਹੈ? ਤਾਂ ਗੁਰੂ ਮਹਾਰਾਜ ਆਖਣ ਲੱਗੇ, ਨਹੀਂ, ਸੋਚਿਆ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸੋਚ ਪਵਿੱਤਰਤਾ ਰੱਖਣ ਦੇ ਨਾਲ, ਬਾਰ-ਬਾਰ ਇਸ਼ਨਾਨ ਆਦਿ ਕਰਨ ਦੇ ਨਾਲ, ਜਾਂ ਸੋਚ ਭਿੱਟ ਦਾ ਖਿਆਲ ਰੱਖਣ ਦੇ ਨਾਲ
ਮਨੁੱਖ ਦਾ ਮਨ ਸੁੱਚਾ ਨਹੀਂ ਹੁੰਦਾ। ਇਹ ਲੱਖਾਂ ਵਾਰੀ ਵੀ ਕੋਈ ਸੋਚ ਰੱਖੀ ਜਾਏ, ਪਵਿੱਤਰਤਾ ਰੱਖੀ ਜਾਏ, ਕਿਉਂਕਿ ਮਨ ਦੀ ਪਵਿੱਤਰਤਾ ਤੋਂ ਬਿਨਾਂ ਸਭ ਕੁਝ ਮੈਲਾ ਹੈ। ਮਨ ਮੈਲਾ, ਸਭ ਕੁਝ ਮੈਲਾ। ਤਨ ਧੋਤਾ ਮਨ ਹੱਛਾ ਨਾ ਹੋਵੇ। ਤਨ ਧੋਣ ਦੇ ਨਾਲ ਮਨ ਦੇ ਵਿਚਾਰ ਨਹੀਂ ਪਵਿੱਤਰ ਹੁੰਦੇ। ਇਹ ਗੁਰੂ ਦੀ ਬਾਣੀ, ਪਰਮੇਸ਼ਰ ਦਾ ਨਾਮ ਹੀ ਮਨ ਦੇ ਵਿਚਾਰਾਂ ਨੂੰ ਪਵਿੱਤਰ ਕਰ ਸਕਦਾ ਹੈ। ਤੇ ਜੇ ਮਨ ਦੇ ਵਿਚਾਰ ਪਵਿੱਤਰ ਹਨ ਤੇ ਸਭ ਕੁਝ ਪਵਿੱਤਰ ਹੈ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਗਾਤਾਰ। ਦੂਸਰਾ ਤਰੀਕਾ ਸੰਸਾਰ ਦੇ ਵਿੱਚ ਇਹ ਹੈ, ਦੁਨੀਆ ਦੇ ਧਾਰਮਿਕ ਲੋਕਾਂ ਨੇ ਦੁਨੀਆ ਨੂੰ ਦੱਸਿਆ ਕਿ ਚੁੱਪ ਰਹਿਣ ਦੇ ਨਾਲ, ਸਮਾਧੀ ਲਾਉਣ ਦੇ ਨਾਲ, ਮੌਨ ਧਾਰਨ ਕਰਨ ਦੇ ਨਾਲ ਸ਼ਾਇਦ ਮਨ ਚੁੱਪ ਹੋ ਜਾਏ, ਮਨ ਦੀਆਂ ਜਿਹੜੇ ਫੁਰਨੇ ਹਨ ਉਹ ਸ਼ਾਂਤ ਹੋ ਜਾਣ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗੇ ਕਿ ਚੁੱਪ ਰਹਿਣ ਦੇ ਨਾਲ ਇਹ ਮਨ ਚੁੱਪ ਹੋ ਸਕਦਾ ਹੈ, ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਿਲਕੁਲ ਨਹੀਂ। ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਗਤਾਰ। ਜ਼ਬਾਨ ਚੁੱਪ ਕਰਨ ਦੇ ਨਾਲ, ਮੂੰਹ ਤੋਂ ਚੁੱਪ ਕਰਨ ਦੇ ਨਾਲ ਮਨ ਚੁੱਪ ਨਹੀਂ ਹੁੰਦਾ, ਮਨ ਦੇ ਫੁਰਨੇ ਨਹੀਂ ਸ਼ਾਂਤ ਹੁੰਦੇ। ਜੇ ਲਾਏ ਰਹਾ ਲਗਤਾਰ, ਜੇ ਇੱਕ ਰਸ ਸਮਾਧੀ ਤਾਰ ਨਾਮ, ਇੱਕ ਰਸ ਲਿਵ ਸਮਾਧੀ ਲਾ ਕੇ ਜੇ ਬੈਠੇ ਰਹੀਏ ਤਾਂ ਵੀ ਮਨ ਚੁੱਪ ਸ਼ਾਂਤ ਨਹੀਂ ਹੁੰਦਾ ਹੈ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਭੁੱਖਿਆ ਮਨਾਂ ਦੀ ਭੁੱਖ ਨਹੀਂ ਉਤਰਦੀ। ਤੀਸਰਾ ਤਰੀਕਾ ਵਰਤ ਰੱਖਣ ਦਾ। ਕੁਝ ਲੋਕ ਵਰਤ ਰੱਖ ਕੇ ਭੁੱਖਿਆ ਰਹਿ ਕੇ ਕਿ ਸ਼ਾਇਦ ਭੁੱਖੇ ਰਹਿਣ ਦੇ ਨਾਲ ਇਹ ਮਨ, ਇਹ ਇੰਦਰੀਆਂ ਕਾਬੂ ਦੇ ਵਿੱਚ ਆ ਸਕਦੀਆਂ ਹਨ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਬਿਲਕੁਲ ਨਹੀਂ। ਭੁੱਖੇ ਰਹਿਣ ਦੇ ਨਾਲ ਵੀ ਜਿਹੜੀ ਮਨ ਦੀ ਭੁੱਖ ਹੈ ਨਾ ਉਹ ਨਹੀਂ ਉਤਰਦੀ। ਸਰੀਰ ਨੂੰ ਭੁੱਖਿਆ ਰੱਖਣ ਦੇ ਨਾਲ ਮਨ ਦੀ ਜਿਹੜੀ ਪਦਾਰਥਾਂ ਦੀ ਇੱਛਾ ਹੈ ਉਹ ਨਹੀਂ ਉਤਰਦੀ। ਕਿੰਨਾ ਵੀ ਇਸ ਸਰੀਰ ਨੂੰ ਵਾਂਝਾ ਰੱਖ ਲਓ ਸੰਸਾਰ ਦੇ ਪਦਾਰਥਾਂ ਤੋਂ, ਖਾਣਿਆਂ ਤੋਂ, ਪਰ ਮਨ ਦੇ ਅੰਦਰ ਭਾਵਨਾ ਖਾਣ ਦੀ ਬਣੀ ਹੀ ਰਹਿੰਦੀ ਹੈ। ਇਸ ਵਾਸਤੇ ਕਹਿਣ ਲੱਗੇ ਜੇ ਬੰਨਾ ਪੁਰੀਆਂ ਭਾਰ। ਪੁਰੀ ਨਾਮ ਸ਼ਹਿਰ ਦਾ ਹੁੰਦਾ ਹੈ। ਜੇ ਭਾਵੇਂ ਜਿੰਨੇ ਵੀ ਸੰਸਾਰ ਹਨ, ਭਾਵ ਬ੍ਰਹਮਪੁਰੀ, ਇੰਦਰਪੁਰੀ ਆ ਸੰਸਾਰ ਦੁਨੀਆ, ਇਹ ਜਿੰਨੀਆਂ ਵੀ ਪੁਰੀਆਂ ਹਨ, ਵੱਖ-ਵੱਖ ਦੇਵਤਿਆਂ ਦੀਆਂ ਵੱਖ-ਵੱਖ ਪੁਰੀਆਂ ਮੰਨੀਆਂ ਜਾਂਦੀਆਂ ਹਨ। ਇਹ ਸਾਰੀ ਸ੍ਰਿਸ਼ਟੀ ਦਾ ਕਹਿ ਲਓ, ਸਾਰੀ ਸ੍ਰਿਸ਼ਟੀ ਦਾ ਭਾਰ, ਜਿੰਨੇ ਵੀ ਪਦਾਰਥ ਹਨ ਉਹਨਾਂ ਦਾ ਢੇਰ ਲਾ ਦਿੱਤਾ ਜਾਵੇ, ਜੇ ਉਹਨਾਂ ਨੂੰ ਇਕੱਠਿਆਂ ਕਰ ਲਿਆ ਜਾਵੇ ਤਾਂ ਵੀ ਭੁੱਖਿਆਂ ਮਨਾਂ ਦੀ ਭੁੱਖ ਨਹੀਂ ਉਤਰਦੀ। ਸਾਹਮਣੇ ਰੱਖ ਕੇ ਭਾਵੇਂ ਕੋਈ ਕਿੰਨਾ ਚੁੱਪ ਕਰਕੇ ਬੈਠਾ ਰਹੇ, ਖਾਵੇ ਨਾ, ਭਾਵੇਂ ਢੇਰ ਲਾ ਕੇ ਰੱਖ ਦੇ, ਪਰ ਮਨ ਦੀ ਭੁੱਖ ਨਹੀਂ ਉਤਰਦੀ ਹੈ। ਸਹਿਜ ਸਿਆਣਪਾ ਲੱਖ ਹੋਏ। ਸਿਆਣੇਪਣ ਦੇ ਨਾਲ ਕੀ ਪਰਮੇਸ਼ਰ ਦੀ ਪ੍ਰਾਪਤੀ ਹੈ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨਹੀਂ ਸਿੱਧੋ, ਭਾਵੇਂ ਸਹਿਜ ਸਿਆਣਪਾ ਲੱਖ ਹੋਏ। ਸਹਿਜ ਕਹਿੰਦੇ ਨੇ ਹਜ਼ਾਰ ਨੂੰ, ਹਜ਼ਾਰਾਂ ਸਿਆਣਪਾਂ ਤੋਂ ਭਾਵੇਂ ਲੱਖਾਂ ਸਿਆਣਪਾਂ ਦਾ ਮਾਲਕ ਇਨਸਾਨ ਬਣ ਜਾਏ ਤਾਂ ਇੱਕ ਨਾ ਚੱਲੈ ਨਾਲ, ਤਾਂ ਵੀ ਇੱਕ ਪਰਮੇਸ਼ਰ ਦੇ ਨਾਲ ਇੱਕ ਵੀ ਸਿਆਣਪ ਨਹੀਂ ਚੱਲਦੀ। ਦੁਨੀਆ ਦੇ ਨਾਲ ਚਤੁਰਾਈਆਂ ਸਿਆਣਪਾਂ ਚੱਲ ਜਾਂਦੀਆਂ ਹਨ, ਪਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਿਆਣਪ ਨਹੀਂ ਚੱਲਦੀ। ਉਹ ਤਾਂ ਭੋਲੇ ਭਾਏ ਮਿਲੇ ਰਘੁਰਾਇਆ। ਹਾਂਜੀ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿਵੇਂ ਸਚਿਆਰੇ ਫਿਰ ਹੋ ਸਕੀਦਾ ਜੀ? ਸਚਿਆਰ ਹੋਣ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਕਿਵੇਂ ਸਚਿਆਰਾ ਹੋਇਆ ਜਾਏ, ਕਿਵੇਂ ਸੱਚੇ ਮਨੁੱਖ ਬਣਿਆ ਜਾਏ? ਕਿਵ ਕੂੜੈ ਟੁਟੈ ਪਾਲ। ਪਾਲ ਨਾਮ ਕੰਧ ਦਾ ਹੈ, ਪਾਲ ਕੰਧ ਨੂੰ ਆਖਦੇ ਹਨ। ਕਿਵੇਂ ਕੂੜ ਕਹਿੰਦੇ ਨੇ ਝੂਠ ਨੂੰ। ਕਿਵੇਂ ਇਨਸਾਨ ਦੇ ਅੰਦਰੋਂ ਝੂਠ ਦੀ ਕੰਧ ਟੁੱਟ ਸਕਦੀ ਹੈ, ਝੂਠ ਦਾ ਜਿਹੜਾ ਪਰਦਾ ਬਣਿਆ ਹੋਇਆ ਹੈ ਉਹ ਕਿਵੇਂ ਟੁੱਟ ਸਕਦਾ ਹੈ, ਕਿਵੇਂ ਦੂਰ ਹੋ ਸਕਦਾ ਹੈ, ਤੇ ਕਿਵੇਂ ਸਚਿਆਰਾ ਹੋਇਆ ਜਾ ਸਕਦਾ ਹੈ? ਪ੍ਰਸ਼ਨ ਹੈ ਸਿੱਧਾਂ ਦਾ। ਇਹ ਸਵਾਲ ਸਿੱਧਾਂ ਦਾ ਹੈ। ਗੁਰੂ ਨਾਨਕ ਸਾਹਿਬ ਜੀ ਅੱਗੇ ਜਵਾਬ ਦਿੰਦੇ ਹਨ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰਮੇਸ਼ਰ ਦੀ ਹੁਕਮ ਰਜਾ ਵਿੱਚ ਚੱਲਣਾ, ਪਰਮੇਸ਼ਰ ਦੇ ਹੁਕਮ ਵਿੱਚ ਚੱਲਣਾ, ਇਹ ਮੁੱਢ ਕਦੀਮਾ ਤੋਂ ਜਦੋਂ ਦੀ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਸਭ ਦੇ ਨਾਲ ਲਿਖਿਆ ਹੋਇਆ ਹੈ। ਹਰ ਇੱਕ ਜੀਵ ਸੰਸਾਰ ਤੇ ਆਉਂਦਾ ਹੈ ਤੇ ਉਹਨੂੰ ਪਰਮੇਸ਼ਰ ਦਾ ਇਹ ਹੁਕਮ ਹੈ ਕਿ ਉਹ ਹੁਕਮ ਰਜਾ ਅਨੁਸਾਰ ਚੱਲੇ। ਪਰ ਸਭ ਤੋਂ ਵੱਧ ਹੁਕਮ ਅਦੁੱਲੀ ਪਰਮੇਸ਼ਰ ਦੀ ਇਨਸਾਨ ਕਰਦਾ ਹੈ, ਜਿਹਨੂੰ ਸਭ ਸਮਝ ਹੈ। ਨਹੀਂ ਤਾਂ ਬਾਕੀ ਜੀਵ ਜੰਤ ਜਿੰਨੇ ਹਨ ਪਰਮੇਸ਼ਰ ਦੇ ਹੁਕਮ ਵਿੱਚ ਹੀ ਕੁਦਰਤ ਦੇ ਅਨੁਸਾਰ ਮਿਲਦੇ ਹਨ। ਮਨੁੱਖ ਕੁਦਰਤ ਤੋਂ, ਪਰਮੇਸ਼ਰ ਦੇ ਹੁਕਮ ਤੋਂ, ਪਰਮੇਸ਼ਰ ਦੀ ਰਜ਼ਾ ਤੋਂ ਬਾਹਰ ਜਾ ਕੇ ਦੁਖੀ ਹੁੰਦਾ ਹੈ, ਸੰਤਾਪ ਭੋਗਦਾ ਹੈ, ਕਿਉਂਕਿ
ਜਦੋਂ ਪਰਮੇਸ਼ਰ ਦੇ ਹੁਕਮ ਤੋਂ ਕੋਈ ਬਾਹਰ ਜਾਏਗਾ ਤਾਂ ਦੁਖੀ ਹੀ ਹੋਵੇਗਾ। ਹਾਂਜੀ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਮਹਾਰਾਜ ਸਿੱਧ ਆਖਣ ਲੱਗੇ ਸੱਚੇ ਪਾਤਸ਼ਾਹ, ਪਰਮੇਸ਼ਰ ਦੇ ਹੁਕਮ ਬਾਰੇ ਤੁਸਾਂ ਨੇ ਬਚਨ ਕੀਤਾ ਹੈ, ਹੁਕਮ ਵਿੱਚ ਚੱਲਣਾ ਚਾਹੀਦਾ ਹੈ। ਹੁਕਮ ਕੈਸਾ ਹੈ, ਪਰਮੇਸ਼ਰ ਦਾ ਹੁਕਮ ਕੀ ਹੈ? ਤਾਂ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ, ਹੁਕਮੀ ਹੋਵਨ ਆਕਾਰ। ਅੱਜ ਜਿੰਨੇ ਵੀ ਸੰਸਾਰ ਤੇ ਆਕਾਰ ਦਿਸਦੇ ਹਨ, ਵੱਖ-ਵੱਖ ਤਰ੍ਹਾਂ ਦੇ ਭਾਵ, ਜਿਵੇਂ ਇਸੇ ਤਰ੍ਹਾਂ ਸਮੁੰਦਰ ਹੈ, ਜਿਵੇਂ ਪਹਾੜ ਹਨ, ਜਿਵੇਂ ਇਨਸਾਨ ਹਨ, ਜਿਵੇਂ ਜੀਵ ਜੰਤੂ ਹਨ, ਪੰਛੀ ਹਨ, ਸਭ ਦੇ ਵੱਖੋ ਵੱਖਰੇ ਆਕਾਰ ਹਨ, ਵੱਖੋ ਵੱਖਰੇ ਰੂਪ ਰੰਗ ਹਨ। ਇਹ ਸਭ ਪਰਮੇਸ਼ਰ ਦੇ ਹੁਕਮ ਸਦਕਾ ਹੀ ਹੋਏ ਹਨ। ਵੱਖੋ ਵੱਖਰੇ ਆਕਾਰ ਸਭ ਪਰਮੇਸ਼ਰ ਦੇ ਹੁਕਮ ਸਦਕਾ ਹੋਏ ਹਨ। ਪਰਮੇਸ਼ਰ ਦਾ ਹੁਕਮ ਕਿਹਾ ਨਹੀਂ ਜਾ ਸਕਦਾ। ਹੁਕਮੀ ਹੋਵਨ ਜੀ ਹੁਕਮ ਮਿਲਿਆ ਵਡਿਆਈ। ਪਰਮੇਸ਼ਰ ਦੇ ਹੁਕਮ ਵਿੱਚ ਹੀ ਜੀਵ ਜੰਤ ਸਭ ਪੈਦਾ ਹੁੰਦੇ ਹਨ ਤੇ ਪਰਮੇਸ਼ਰ ਦੇ ਹੁਕਮ ਵਿੱਚ ਚੱਲਣ ਅਨੁਸਾਰ ਹੀ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ, ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ। ਹਾਂਜੀ, ਦੁੱਖ ਸੁਖ ਪਾਈਐ, ਪਾਈਐ ਇਸ ਦਾ ਉਚਾਰਨ ਹੈ ਆਹੇ ਨੂੰ ਸਿਹਾਰੀ ਜੋ ਹੈ ਉਹ ਲੁਪਤ ਨਾ ਹੋ ਜਾਏ। ਆਮ ਕਰਕੇ ਆਮ ਸੰਗਤ ਪਾਠ ਕਰਨ ਵੇਲੇ ਆਹੇ ਦਾ ਖਿਆਲ ਘੱਟ ਰੱਖਦੀ ਹੈ। ਪਾਈਏ ਭਵਾਈਏ ਇਸ ਪ੍ਰਕਾਰ ਪਾਠ ਕੀਤਾ ਜਾਂਦਾ ਹੈ, ਪਰ ਜੋ ਸ਼ੁੱਧ ਉਚਾਰਨ ਹੈ ਉਹ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ। ਹੁਕਮ ਸਦਕਾ ਹੀ ਮਨੁੱਖ ਉੱਤਮ ਤੇ ਹੁਕਮ ਸਦਕਾ ਹੀ ਮਨੁੱਖ ਨੀਚ ਬਣਦਾ ਹੈ। ਜੇ ਕੋਈ ਪਰਮੇਸ਼ਰ ਦਾ ਨਾਮ ਜਪਦਾ ਉੱਤਮ ਬਣ ਜਾਂਦਾ ਹੈ, ਇਹ ਪਰਮੇਸ਼ਰ ਦਾ ਹੁਕਮ ਹੈ। ਜੇ ਕੋਈ ਨੀਵੇਂ ਕਰਮ ਕਰਦਾ ਹੈ ਤੇ ਉਹ ਨੀਵਾਂ ਹੀ ਸਦਵਾਉਂਦਾ ਹੈ, ਇਹ ਪਰਮੇਸ਼ਰ ਦਾ ਹੁਕਮ ਹੈ। ਕੋਈ ਚੰਗੇ ਕਰਮ ਕਰੇ ਤੇ ਆਖੇ ਵੀ ਦੁਨੀਆ ਉਹਦੀ ਨਿੰਦਿਆ ਕਰਨ ਦੀ ਕੋਸ਼ਿਸ਼ ਵੀ ਕਰੇ, ਪਰ ਪਰਮੇਸ਼ਰ ਦਾ ਹੁਕਮ ਹੈ ਸ਼ੁਭ ਕਰਮ ਕਰਨ ਵਾਲੇ ਦਾ ਸੰਸਾਰ ਜੋ ਉਸਤਤ ਕਰਦਾ ਹੈ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ। ਪਰ ਜੇ ਕੋਈ ਨੀਵੇਂ ਕਰਮ ਕਰਕੇ ਆਖੀ ਜਾਏ ਕਿ ਮੈਂ ਦੁਨੀਆ ਵਿੱਚ ਚੰਗਾ ਸਦਵਾ ਲਵਾਂ, ਭਗਤ ਮੈਨੂੰ ਲੋਕ ਆਖਣ, ਤਾਂ ਪਰਮੇਸ਼ਰ ਦਾ ਹੁਕਮ ਹੈ ਕਿ ਜੋ ਨੀਵੇਂ ਹਨ, ਨੀਵੇਂ ਕਰਮਾਂ ਵਾਲੇ ਹਨ, ਉਹਨਾਂ ਦਾ ਨੀਚ ਪੁਣਾ ਜੋ ਹੈ ਉਹ ਦੁਨੀਆ ਸਾਹਮਣੇ ਹੀ ਹੈ। ਹੁਕਮ ਲਿਖ ਦੁੱਖ ਸੁਖ ਪਾਈਏ। ਹੁਕਮ ਦੇ ਲਿਖੇ ਹੋਏ ਹੁਕਮ ਦੁਆਰਾ ਹੀ ਜੋ ਜੀਵ ਕਰਮ ਕਰਦਾ ਹੈ ਉਹ ਜੀਵ ਦੇ ਕਰਮ ਲਿਖੇ ਜਾਂਦੇ ਹਨ। ਉਹਨਾਂ ਅਨੁਸਾਰ ਹੀ ਦੁੱਖ ਤੇ ਸੁਖ ਦੀ ਮਨੁੱਖ ਨੂੰ ਪ੍ਰਾਪਤੀ ਹੁੰਦੀ ਹੈ। ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਉਹ ਹਨ ਜਿਨ੍ਹਾਂ ਨੂੰ ਹੁਕਮ ਸਦਕਾ ਬਖਸ਼ਿਸ਼ ਪ੍ਰਾਪਤ ਹੋਈ ਹੈ, ਨਾਮ ਜਪਦੇ ਹਨ, ਸੰਗਤ ਕਰਦੇ ਹਨ, ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ। ਇੱਕ ਹੁਕਮੀ ਸਦਾ ਭਵਾਈ ਹੈ, ਇੱਕ ਬਹੁ ਵਚਨ ਕੱਕੇ ਸਿਆਰੀ ਹੋਣੇ ਕਰਕੇ ਇੱਕ ਉਹ ਹਨ ਜੀਵ, ਭਾਵ ਕਈ ਜੀਵ ਉਹ ਹਨ ਜਿਹੜੇ ਹੁਕਮ ਦੇ ਵਿੱਚ ਸਦਾ ਭਾਉਂਦੇ ਰਹਿੰਦੇ ਹਨ। ਉਹਨਾਂ ਲਈ ਪਰਮੇਸ਼ਰ ਦਾ ਹੁਕਮ ਹੈ ਕਿ ਉਹਨਾਂ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ, ਨਾਮ ਨਹੀਂ ਜਪਿਆ, ਇਸ ਵਾਸਤੇ ਭਟਕਦੇ ਰਹਿੰਦੇ ਹਨ, ਭਵਾਈਏ ਭਾਉਂਦੇ ਰਹਿੰਦੇ ਹਨ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ, ਨਾਨਕ ਹੁਕਮੈ ਜੇ ਬੁਝੈ ਤਾਂ ਮੈਂ ਕਹੈ ਨਾ ਕੋਇ। ਹੁਕਮੈ ਅੰਦਰ ਸਭ ਕੋ, ਸਾਰੇ ਜਿੰਨੇ ਵੀ ਸੰਸਾਰ ਦੇ ਜੀਵ ਜੰਤ ਸਭ ਕੋਈ ਹੁਕਮ ਦੇ ਵਿੱਚ ਹੈ। ਇੱਥੋਂ ਤੱਕ ਕਿ ਪਵਨ ਪਾਣੀ ਅਗਨੀ ਪਾਤਾਲ ਇਹ ਸਭ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੈ। ਖੰਡ ਬ੍ਰਹਿਮੰਡਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ। ਸਭ ਕੋਈ ਪਰਮੇਸ਼ਰ ਦੇ ਹੁਕਮ ਵਿੱਚ ਹੈ। ਬਾਹਰ ਹੁਕਮ ਨਾ ਕੋਇ, ਵਾਹਿਗੁਰੂ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੋਈ ਵੀ ਚੀਜ਼ ਨਹੀਂ ਹੈ। ਜੋ ਕੁਝ ਵੀ ਅਸੀਂ ਦੇਖਦੇ ਹਾਂ ਸ੍ਰਿਸ਼ਟੀ ਦੇ ਵਿੱਚ ਸਭ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੋ ਰਿਹਾ ਹੈ, ਸਹਿਜ ਸੁਭਾਏ ਹੋ ਰਿਹਾ ਹੈ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਇ। ਸਿੱਧ ਆਖਣ ਲੱਗੇ ਮਹਾਰਾਜ ਜੇ ਸਭ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੈ ਤਾਂ ਇਹ ਜੀਵ ਫਿਰ ਇਹ ਕਿਉਂ ਕਹਿੰਦੇ ਹਨ ਕਿ ਆਹ ਕੰਮ ਮੈਂ ਕੀਤਾ ਹੈ, ਆਹ ਕੰਮ ਫਲਾਣੇ ਨੇ ਕੀਤਾ ਹੈ, ਆਹ ਮਾੜਾ ਕੰਮ ਮੈਂ ਨਹੀਂ ਕੀਤਾ, ਚੰਗਾ ਕੰਮ ਮੈਂ ਕੀਤਾ। ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ ਸਿੱਧੋ ਇਹ ਅਸਲ ਦੇ ਵਿੱਚ ਦੁਨੀਆ ਦੇ ਜੋ ਜੀਵ ਹਨ ਇਹ ਹੁਕਮ ਨੂੰ ਸਮਝਦੇ ਹੀ ਨਹੀਂ। ਨਾਨਕ ਹੁਕਮੈ ਜੇ ਬੁਝੈ। ਗੁਰੂ ਦੇ ਪਿਆਰੇ ਮਹਾਰਾਜ ਆਖਣ ਲੱਗੇ ਗੁਰੂ ਨਾਨਕ ਸਾਹਿਬ ਜੀ ਹੁਕਮ ਨੂੰ ਜੇ ਬੁੱਝ ਲੈਣ ਤਾਂ ਹਉਮੈ ਕਹਿ ਨਾ ਕੋਈ। ਫਿਰ ਕੋਈ ਇਹ ਨਾ ਆਖੇ ਕਿ ਮੈਂ ਕੀਤਾ ਹੈ, ਫਿਰ ਹਉਮੈ ਵਾਲੀਆਂ ਗੱਲਾਂ, ਮੈਂ ਵਾਲੀਆਂ ਗੱਲਾਂ, ਹੰਕਾਰ ਭਰੀਆਂ ਗੱਲਾਂ ਕੋਈ ਨਾ ਕਹਿ ਸਕੇ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਣੈ ਨਿਸ਼ਾਨ। ਗਾਵੇ ਕੋ ਤਾਣ, ਤਾਣ ਸ਼ਕਤੀ ਬਲ, ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ, ਪਰਮੇਸ਼ਰ ਦੇ ਤਾਣ ਨੂੰ, ਤਾਕਤ ਨੂੰ ਕੋਈ ਗਾਉਂਦਾ ਹੈ। ਹੋਵੇ ਕਿਸੈ ਤਾਣ,
ਜੇ ਕਿਸੇ ਵਿੱਚ ਗਾਉਣ ਦੀ ਸਮਰੱਥਾ ਹੋਵੇ। ਹਰ ਕੋਈ ਤਾਂ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਗਾ ਸਕਦਾ। ਜਦੋਂ ਪਰਮੇਸ਼ਰ ਤਾਣ ਸ਼ਕਤੀ ਬਖਸ਼ਦਾ ਹੈ ਤਾਂ ਕੋਈ ਜੀਵ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ। ਗਾਵੇ ਕੋ ਦਾਤ ਜਾਣੈ ਨਿਸ਼ਾਨ। ਕੋਈ ਗਾਉਂਦਾ ਹੈ ਪਰਮੇਸ਼ਰ ਦੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਸਮਝ ਕੇ, ਨਿਸ਼ਾਨ ਬਖਸ਼ਿਸ਼ ਸਮਝ ਕੇ, ਪਰਮੇਸ਼ਰ ਦੀ ਨਿਸ਼ਾਨੀ ਸਮਝ ਕੇ ਕਿ ਆਹ ਚੀਜ਼ ਪਰਮੇਸ਼ਰ ਨੇ ਦਿੱਤੀ। ਜਿਵੇਂ ਉੱਦਾਂ ਭਾਵੇਂ ਕੋਈ ਬੰਦਾ ਨਾਮ ਨਾ ਵੀ ਜਪੇ, ਜੇ ਕਿਸੇ ਦੇ ਘਰ ਧੀ ਪੁੱਤਰ ਨਾ ਹੋਵੇ ਤੇ ਉਹ ਪਰਮੇਸ਼ਰ ਕੋਲੋਂ ਅਰਦਾਸਾਂ ਕਰਕੇ, ਗੁਰੂ ਕੋਲੋਂ ਅਰਦਾਸਾਂ ਕਰਕੇ ਲਿਆ ਹੋਵੇ, ਤੇ ਫਿਰ ਜਦੋਂ ਵੀ ਉਸ ਬੱਚੇ ਵੱਲ ਦੇਖਦਾ ਤੇ ਫਿਰ ਆਖਦਾ ਹੈ ਮੈਨੂੰ ਗੁਰੂ ਨੇ ਦਿੱਤਾ ਹੈ। ਉਸ ਦਾਤ ਸਦਕਾ ਪਰਮੇਸ਼ਰ ਦੀ ਯਾਦ ਆਉਂਦੀ ਰਹਿੰਦੀ ਹੈ। ਇਸ ਤਰ੍ਹਾਂ ਦਾਤ ਨੂੰ ਨਿਸ਼ਾਨੀ ਜਾਣ ਕੇ ਪਰਮੇਸ਼ਰ ਦੀ ਵੀ ਗਾਉਂਦਾ ਹੈ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਹਾਂਜੀ, ਇੱਥੋਂ ਹੁਣ ਗਾਵੇ ਕੋ ਤੇ ਵਿਸਰਾਮ ਹੋਣਗੇ ਸਾਰੇ। ਪਹਿਲਾਂ ਦੋ ਵਿਸਰਾਮ ਜੋ ਹਨ, ਗਾਵੇ ਕੋ ਤਾਣ, ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨਿਸ਼ਾਨ। ਅੱਗੇ ਹੁਣ ਇਸ ਪ੍ਰਕਾਰ ਸਾਰੀਆਂ ਪੰਕਤੀਆਂ ਦਾ ਉਚਾਰਨ ਹੋਏਗਾ। ਗਾਵੇ ਕੋ ਗੁਣ ਵਡਿਆਈਆਂ ਚਾਰ, ਕੋ ਤੇ ਰੋਕ ਕੇ, ਕੋ ਤੇ ਵਿਸਰਾਮ। ਵਿਸਰਾਮ ਸਾਧ ਸੰਗਤ ਜੀ ਆਪ ਸਮਝਦੇ ਹੋ, ਰੁਕਣ ਨੂੰ ਵਿਸਰਾਮ ਆਖਦੇ ਨੇ, ਠਹਿਰਨਾ। ਗਾਵੇ ਕੋ ਗੁਣ ਵਡਿਆਈਆਂ ਚਾਰ, ਚਾਰ ਕਹਿੰਦੇ ਨੇ ਸੁੰਦਰ ਨੂੰ, ਸੋਹਣੇ ਨੂੰ। ਵਡਿਆਈਆਂ ਪਰਮੇਸ਼ਰ ਦੀਆਂ ਸੁੰਦਰ ਵਡਿਆਈਆਂ ਨੂੰ, ਗੁਣਾਂ ਨੂੰ ਕੋਈ ਗਾਉਂਦਾ ਹੈ। ਉਸ ਪਰਮੇਸ਼ਰ ਦੀਆਂ ਵਡਿਆਈਆਂ ਜਿਸ ਕਿਸੇ ਨੂੰ ਪ੍ਰਾਪਤ ਹੁੰਦੀਆਂ ਨੇ, ਭਾਵ ਜੇ ਕੋਈ ਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ, ਕੋਈ ਹੋਰ ਸੁੰਦਰ ਗੁਣ ਪ੍ਰਾਪਤ ਕਰ ਲੈਂਦਾ ਹੈ, ਤੇ ਉਹ ਪਰਮੇਸ਼ਰ ਨੂੰ ਗੁਣੀ ਦਾਤਾ ਸਮਝ ਕੇ, ਗੁਣਾਂ ਦਾ ਦਾਤਾ ਸਮਝ ਕੇ ਉਹਦੀਆਂ ਸੁੰਦਰ ਵਡਿਆਈਆਂ ਨੂੰ ਗਾਉਂਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕੋਈ ਗਾਉਂਦਾ ਹੈ ਪਰਮੇਸ਼ਰ ਨੂੰ ਔਖੀ ਵਿਦਿਆ ਨੂੰ ਵਿਚਾਰ ਕਰਕੇ। ਵਿਖਮ ਕਹਿੰਦੇ ਨੇ ਔਖੇ ਨੂੰ, ਔਖੀ ਵਿਦਿਆ ਨੂੰ ਵਿਚਾਰ ਕਰਕੇ, ਭਾਵ ਆਮ ਸੰਸਾਰਿਕ ਲੋਕਾਂ ਦੀ ਜੋ ਸਮਝ ਤੋਂ ਪਰੇ ਵਿਦਿਆ ਹੈ ਉਹਨੂੰ ਵਿਚਾਰ ਕੇ ਪਰਮੇਸ਼ਰ ਨੂੰ ਗਾਉਂਦਾ ਹੈ। ਗਾਵੇ ਕੋ ਸਾਧ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇ। ਕੋਈ ਪਰਮੇਸ਼ਰ ਨੂੰ ਇਸ ਪ੍ਰਕਾਰ ਗਾਉਂਦਾ ਹੈ ਕਿ ਵਾਹਿਗੁਰੂ ਪਰਮੇਸ਼ਰ ਸਾਜ ਕਰੇ, ਇਹਨਾਂ ਜੀਵਾਂ ਨੂੰ ਸਾਜਦਾ ਹੈ, ਸਵਾਰਦਾ ਹੈ, ਸਾਜਦਾ, ਬਣਾਉਂਦਾ ਹੈ। ਫਿਰ ਤਨ ਖੇਹ, ਫਿਰ ਬਣਾ ਕੇ ਫਿਰ ਤਨ ਨੂੰ ਖੇਹ ਕਰ ਦਿੰਦਾ ਹੈ। ਇੱਕ ਦਿਨ ਪਰਮੇਸ਼ਰ ਫਿਰ ਮਿੱਟੀ ਦੀ ਢੇਰੀ ਨੂੰ ਫਿਰ ਮਿੱਟੀ ਬਣਾ ਦਿੰਦਾ ਹੈ। ਭਾਵ ਪਹਿਲਾਂ ਸਾਜਦਾ ਹੈ, ਜ਼ਿੰਦਗੀ ਬਖਸ਼ਦਾ ਹੈ, ਤੇ ਇੱਕ ਦਿਨ ਫਿਰ ਇਹ ਸਰੀਰ ਜੋ ਹੈ ਮਨੁੱਖ ਦਾ, ਇਨਸਾਨਾਂ ਦਾ ਜਾਂ ਜੀਵ ਜੰਤੂਆਂ ਦਾ ਮਿੱਟੀ ਹੋ ਜਾਂਦਾ। ਇਸ ਤਰ੍ਹਾਂ ਵੀ ਕੋਈ ਪਰਮੇਸ਼ਰ ਨੂੰ ਗਾਉਂਦਾ ਹੈ ਕਿ ਉਹ ਪਰਮੇਸ਼ਰ ਸਾਜਣ ਵਾਲਾ, ਨਾਸ਼ ਕਰਨ ਵਾਲਾ ਹੈ। ਗਾਵੇ ਕੋ ਜੀ ਲੈ ਫਿਰਦੇ, ਕੋਈ ਪਰਮੇਸ਼ਰ ਨੂੰ ਇਸ ਪ੍ਰਕਾਰ ਗਾਉਂਦਾ ਹੈ ਕਿ ਉਹ ਪਰਮੇਸ਼ਰ ਜਿੰਦ ਲੈ ਲੈਂਦਾ ਹੈ, ਕਦੀ ਸਰੀਰਾਂ ਦੇ ਵਿੱਚੋਂ ਤੇ ਕਦੀ ਫਿਰ ਦੇਹ, ਫਿਰ ਕਦੀ ਪਾ ਦਿੰਦਾ ਹੈ। ਗਾਵੇ ਕੋ ਜਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕੋਈ ਪਰਮੇਸ਼ਰ ਨੂੰ ਗਾਉਂਦਾ ਹੈ ਕਿ ਉਹਨੂੰ ਜਾਪਦਾ ਹੈ, ਦਿਸਦਾ ਹੈ, ਦੂਰ ਦਿਸਦਾ ਹੈ ਪਰਮੇਸ਼ਰ। ਉਹ ਸਮਝਦਾ, ਜਾਣਦਾ ਹੈ ਕਿ ਪਰਮੇਸ਼ਰ ਦੂਰ ਬੈਠਾ ਹੋਇਆ ਹੈ। ਕੋਈ ਪਰਮੇਸ਼ਰ ਨੂੰ ਗਾਉਂਦਾ ਹੈ ਵੇਖਿਆ ਹਾਜ਼ਰਾ ਦੂਰ, ਹਾਜ਼ਰ ਨਾਜ਼ਰ ਵੇਖ ਕਰਕੇ। ਕੋਈ ਪਰਮੇਸ਼ਰ ਨੂੰ, ਕਿਸੇ ਨੂੰ ਪਰਮੇਸ਼ਰ ਦੂਰ ਦਿਸਦਾ ਹੈ ਤੇ ਕਿਸੇ ਨੂੰ ਪਰਮੇਸ਼ਰ ਨੇੜੇ ਦਿਸਦਾ ਹੈ। ਇਸ ਪ੍ਰਕਾਰ ਕੋਈ ਗਾਉਂਦਾ ਹੈ। ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਥਨ ਵਾਲਿਆਂ ਦਾ, ਕਥਨ ਕਹਿਣ ਵਾਲਿਆਂ ਦਾ, ਕਹਿਣ ਵਾਲਿਆਂ ਕੋਲੋਂ ਕਥਨ ਕਰ ਕਰਕੇ ਟੋਟਾ ਨਹੀਂ ਆਉਂਦੀ। ਪਰਮੇਸ਼ਰ ਕਿੱਡਾ ਕੁ ਵੱਡਾ ਹੈ ਇਹ ਕਿਹਾ ਨਹੀਂ ਜਾ ਸਕਦਾ। ਕਹਿਣ ਵਾਲਿਆਂ ਦੀ ਕੋਈ ਤੋੜ ਨਹੀਂ। ਕਿੰਨੇ ਜੀਵ ਪਰਮੇਸ਼ਰ ਨੂੰ ਕਹਿੰਦੇ ਹਨ, ਪਰ ਫਿਰ ਵੀ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਕੋਈ ਘਾਟਾ ਨਹੀਂ ਆਉਂਦਾ, ਉਹਦੇ ਗੁਣ ਵੱਧਦੇ ਜਾਂਦੇ ਹਨ। ਕਥ ਕਥ ਕਥੀ ਕੋਟੀ ਕੋਟ ਕੋਟ, ਕਥ ਕਥ ਕੇ, ਕਹਿ ਕੇ ਅਨੇਕਾਂ ਜੀਵਾਂ ਨੇ ਪਰਮੇਸ਼ਰ ਨੂੰ ਕਹਿਣਾ ਕੀਤਾ ਹੈ। ਕਰੋੜਾਂ ਜੀਵ, ਕਰੋੜਾਂ ਸੰਸਾਰ ਦੇ ਆਮ ਲੋਕ, ਕਰੋੜਾਂ ਦੇਵਤੇ ਲੋਕ ਤੇ ਕਰੋੜਾਂ ਰਾਖਸ਼ ਲੋਕ ਵੀ ਪਰਮੇਸ਼ਰ ਨੂੰ ਕਥਨ ਕਰਦੇ ਰਹੇ ਨੇ ਤੇ ਰਹਿਣਗੇ। ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹਾਂਜੀ, ਪਰਮੇਸ਼ਰ ਦੇ ਹੀ ਜਾਂਦਾ ਹੈ, ਦਿੰਦਾ ਦੇ। ਉਹ ਪਰਮੇਸ਼ਰ ਦੇਣ ਵਾਲਾ ਹੈ, ਲੈਂਦਾ ਨਹੀਂ ਹੈ। ਦਿੰਦਾ ਦੇ, ਲੈਂਦੇ ਥਕ ਪਾਏ, ਲੈਣ ਵਾਲੇ ਥੱਕ ਜਾਂਦੇ ਨੇ। ਲੈਣ ਵਾਲਿਆਂ ਦੀਆਂ ਝੋਲੀਆਂ ਭਰ ਜਾਂਦੀਆਂ ਹਨ ਤੇ ਉਹ ਥੱਕ ਜਾਂਦੇ ਨੇ ਲੈ ਲੈ ਕਰਕੇ, ਪਰ ਪਰਮੇਸ਼ਰ ਦੇਣ ਵਾਲਾ ਨਹੀਂ ਥੱਕਦਾ, ਦੇਈ ਜਾਂਦਾ। ਜੁਗਾ ਜੁਗੰਤਰ ਕਾਹੀ ਕਾ, ਜਦੋਂ ਦੀ ਇਹ ਸ੍ਰਿਸ਼ਟੀ ਬਣੀ ਜੁਗਾ ਜੁਗੰਤਰਾਂ ਤੋਂ ਜੀਵ ਉਸ ਦਾ ਦਿੱਤਾ ਹੋਇਆ ਖਾਂਦੇ ਆ ਰਹੇ ਹਨ ਤੇ ਖਾਂਦੇ ਰਹਿਣਗੇ। ਹੁਕਮੇ ਹੁਕਮਾ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਹੁਕਮੀ ਤੇ ਜਮਕ ਲਗਾ ਕਰਕੇ ਹੁਕਮੀ, ਹੁਕਮ ਚਲਾਏ ਰਾਹ। ਹੁਕਮ ਦਾ ਮਾਲਕ ਉਹ ਪਰਮੇਸ਼ਰ ਹੁਕਮੀ, ਹੁਕਮ ਕਰਨ ਵਾਲਾ।
ਹੁਕਮ ਚਲਾਏ ਰਾਹ, ਆਪਣੇ ਹੁਕਮ ਦੇ ਸਦਕਾ ਜੀਵਾਂ ਨੂੰ ਜ਼ਿੰਦਗੀ ਦੇ ਰਾਹ ਤੇ ਚਲਾਉਂਦਾ ਹੈ। ਨਾਨਕ ਵਿਗਸੈ ਦੇ ਪ੍ਰਵਾਹ, ਇਸ ਤਰ੍ਹਾਂ ਹੁਕਮ ਦੇ ਰਾਹ ਤੇ ਚਲਾ ਕਰਕੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਬੇਪਰਵਾਹ ਵਿਗਸਦਾ, ਖੁਸ਼ ਹੁੰਦਾ, ਪ੍ਰਸੰਨ ਹੁੰਦਾ ਹੈ। ਸਾਚਾ ਸਾਹਿਬ ਸਾਚ ਨਾਏ, ਭਾਗਿਆ ਭਾਉ ਅਪਾਰ। ਉਹ ਵਾਹਿਗੁਰੂ ਪਰਮੇਸ਼ਰ ਸੱਚਾ ਹੈ ਤੇ ਨਾ ਹੀ ਉਸ ਪਰਮੇਸ਼ਰ ਦਾ ਨਾਮ ਨਹੀਂ ਸੱਚਾ ਹੈ। ਭਾਗਿਆ ਭਾਉ ਅਪਾਰ, ਉਸ ਪਰਮੇਸ਼ਰ ਨੂੰ ਭਾਗਿਆ ਕਹਿੰਦੇ ਨੇ ਬੋਲੀ ਨੂੰ, ਭਾਉ ਕਹਿੰਦੇ ਹਨ ਪ੍ਰੇਮ ਨੂੰ, ਅਪਾਰ ਜਿਸ ਦਾ ਪਾਰ ਨਾ ਪਾਇਆ ਜਾ ਸਕੇ। ਉਹ ਪਰਮੇਸ਼ਰ ਦੀ ਜੋ ਬੋਲੀ ਹੈ ਪ੍ਰੇਮ ਭਰੀ ਹੈ। ਉਸ ਪਰਮੇਸ਼ਰ ਦੀ ਆਪਣੀ ਬੋਲੀ ਪ੍ਰੇਮ ਹੈ, ਤੇ ਜੇ ਕਿਸੇ ਨੇ ਪਰਮੇਸ਼ਰ ਨਾਲ ਮੇਲ ਕਰਨਾ ਹੋਵੇ, ਬੋਲਣਾ ਹੋਵੇ, ਤੇ ਉਹਨੂੰ ਵੀ ਪ੍ਰੇਮ ਦੀ ਦਾਤ ਪ੍ਰਾਪਤ ਕਰਨੀ ਪਏਗੀ ਗੁਰੂ ਕੋਲੋਂ। ਫਿਰ ਪਰਮੇਸ਼ਰ ਦੀ ਪ੍ਰਾਪਤੀ ਹੈ, ਫਿਰ ਪਰਮੇਸ਼ਰ ਨਾਲ ਗੱਲਾਂ ਹੋ ਸਕਦੀਆਂ ਹਨ। ਉਹਦਾ ਕੋਈ ਪਰਮੇਸ਼ਰ ਨੂੰ ਬੁਲਾਉਣ ਦਾ ਯਤਨ ਕਰੇ ਤਾਂ ਪਰਮੇਸ਼ਰ ਨਹੀਂ ਬੋਲਦਾ। ਸਾਚਾ ਸਾਹਿਬ ਉਹ ਸਾਰਿਆਂ ਤੋਂ ਵੱਡਾ ਮਾਲਕ ਹੈ, ਸਾਹਿਬ ਮਾਲਕ ਨੂੰ ਆਖਦੇ ਹਨ। ਉਹਦੇ ਵਰਗਾ ਮਾਲਕ ਕੋਈ ਨਹੀਂ। ਸੱਚਾ ਨਾਮ ਹੈ ਉਸਦਾ, ਤੇ ਬੋਲੀ ਪ੍ਰੇਮ ਹੈ, ਤੇ ਪਾਰਾਵਾਰ ਤੋਂ ਰਹਿਤ ਹੈ। ਆਖੈ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਦੁਨੀਆ ਦੇ ਜੀਵ ਆਖਦੇ ਹਨ ਪਰਮੇਸ਼ਰ ਨੂੰ, ਮੰਗਦੇ ਹਨ ਉਹਦੇ ਕੋਲੋਂ, ਪਰਮੇਸ਼ਰ ਦਾ ਨਾਮ ਲੈਂਦੇ ਨੇ, ਫਿਰ ਉਹਦੇ ਕੋਲੋਂ ਮੰਗਦੇ ਹਨ। ਕੀ ਆਖਦੇ ਹਨ? ਦੇਹ ਦੇਹ, ਪਰਮੇਸ਼ਰ ਸਾਨੂੰ ਆ ਵੀ ਦਾਤ ਦੇ, ਸਾਨੂੰ ਆ ਵੀ ਦੇ, ਸਾਨੂੰ ਆ ਵੀ ਦੇ। ਦਾਤ ਕਰੇ ਦਾਤਾਰ, ਉਹ ਪਰਮੇਸ਼ਰ ਦਾਤਾ, ਜੋ ਦਾਤਾਂ ਦੇਣ ਵਾਲਾ ਦਾਤਾ ਹੈ, ਉਹ ਦਾਤਾਂ ਕਰਦਾ ਹੈ, ਦਾਤਾਂ ਦਿੰਦਾ ਹੈ ਜੀਵਾਂ ਨੂੰ। ਸਭ ਕੁਝ ਮੰਗਦਿਆਂ ਹੋਇਆਂ ਨੂੰ ਵਾਹਿਗੁਰੂ ਪਰਮੇਸ਼ਰ ਦੇਈ ਜਾ ਰਿਹਾ ਹੈ। ਫੇਰ ਕਹਿ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਫੇਰ ਪਰਮੇਸ਼ਰ ਦੇ ਅੱਗੇ ਕੀ ਰੱਖਣਾ ਕਰੀਏ ਜਿਹਦੇ ਨਾਲ ਉਹਦਾ ਦਰਬਾਰ ਦਿਸ ਪਵੇ, ਜਿਹਦੇ ਨਾਲ ਉਹਦੀ ਪ੍ਰਾਪਤੀ ਹੋ ਜਾਏ, ਕਿਉਂਕਿ ਸਭ ਦਾਤਾਂ ਤੇ ਉਹਦੀਆਂ ਹਨ, ਤੇ ਦਿੱਤੇ ਹੋਏ ਵਿੱਚੋਂ ਅਸੀਂ ਪਰਮੇਸ਼ਰ ਨੂੰ ਕੀ ਦੇ ਸਕਦੇ ਹਾਂ ਜਿਹਦੇ ਨਾਲ ਉਹਦੀ ਪ੍ਰਾਪਤੀ ਹੋਵੇ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਹਾਂਜੀ, ਹਾਹੇ ਕਨੌੜਾ ਹੋਣ ਕਰਕੇ ਮੁਹਾਓ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਮੂੰਹ ਤੋਂ ਕਿਹੋ ਜਿਹੇ ਬੋਲਣਾ ਕਰੀਏ, ਮੂੰਹ ਤੋਂ ਕਿਹੋ ਜਿਹੇ ਬੋਲ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਉਹ ਪਰਮੇਸ਼ਰ ਸਾਡੇ ਨਾਲ ਪਿਆਰ ਕਰਨ ਲੱਗ ਪਵੇ, ਸਾਡੇ ਨਾਲ ਪਿਆਰ ਧਾਰਨ ਲਵੇ ਮਨ ਦੇ ਵਿੱਚ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਹਾਂਜੀ, ਗੁਰੂ ਨਾਨਕ ਸਾਹਿਬ ਜੀ ਆਖਦੇ ਹੈ ਸਿੱਧੋ ਅੰਮ੍ਰਿਤ ਵੇਲਾ, ਬ੍ਰਹਮ ਮੁਹੂਰਤ ਜਿਸ ਨੂੰ ਆਖਦੇ ਹਨ। ਬ੍ਰਹਮ ਮੁਹੂਰਤ, ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦੇ ਆ ਉਸ ਪਰਮੇਸ਼ਰ ਦੇ ਸੱਚੇ ਨਾਮ ਦੀ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਨੀ। ਇਹ ਭੇਟਾ ਰੱਖੀਏ ਪਰਮੇਸ਼ਰ ਅੱਗੇ। ਹਾਂਜੀ, ਕਰਨੀ ਆਵੇ ਕਪੜਾ, ਨਦਰੀ ਮੋਖ ਦੁਆਰ। ਫਿਰ ਕੀ ਹੋਏਗਾ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹਦੀਆਂ ਵਡਿਆਈਆਂ ਦੀ ਵਿਚਾਰ ਕਰਨੀ, ਪਰਮੇਸ਼ਰ ਦੇ ਨਾਮ ਨੂੰ ਧਿਆਉਣਾ। ਇਹ ਭੇਟਾ ਪਰਮੇਸ਼ਰ ਅੱਗੇ ਰੱਖਾਂਗੇ ਤੇ ਫਿਰ ਕਰਮੀ ਆਵੇ ਕੱਪੜਾ, ਫਿਰ ਪਰਮੇਸ਼ਰ ਦੀ ਬਖਸ਼ਿਸ਼ ਦੇ ਨਾਲ ਇਹ ਕੱਪੜਾ ਮਿਲੇਗਾ। ਕੱਪੜਾ ਕੀ ਹੈ? ਸਿਫਤ ਸਲਾਹ ਰੂਪੀ ਕੱਪੜਾ। ਪ੍ਰੇਮ ਪਟੋਲਾ ਤੈਸਾ ਦਿੱਤਾ, ਢੱਕਣ ਕੂਪਤ ਮੇਰੀ। ਪਰਮੇਸ਼ਰ ਦੀ ਜੋ ਸਿਫਤ ਸਲਾਹ ਕਰਨੀ ਹੈ, ਇਨਸਾਨ ਦੀ ਆਤਮਾ ਦਾ ਕੱਪੜਾ ਹੈ। ਇਹਦੇ ਨਾਲ ਮਨੁੱਖ ਦੀ ਆਤਮਾ ਢੱਕੀ ਜਾਂਦੀ ਹੈ, ਔਗਣ ਢੱਕੇ ਜਾਂਦੇ ਹਨ। ਪ੍ਰੇਮ ਰੂਪੀ ਕੱਪੜਾ ਵਾਹਿਗੁਰੂ ਪਰਮੇਸ਼ਰ ਵੱਲੋਂ ਆਪਣੀ ਸਿਫਤ ਸਲਾਹ ਰੂਪੀ ਸਿਫਤ ਸ਼ਰਮ ਦਾ ਕੱਪੜਾ ਮੰਗੋ, ਹਰ ਗੁਣ ਨਾਨਕ ਦਵਤਰ ਹੈ। ਪਰਮੇਸ਼ਰ ਦੀ ਸਿਫਤ ਸਲਾਹ ਦਾ ਕੱਪੜਾ ਜਦੋਂ ਜੀਵ ਕੋਈ ਅੰਮ੍ਰਿਤ ਵੇਲੇ ਉੱਠ ਕੇ ਨਾਮ ਧਿਆਉਂਦਾ ਹੈ ਤੇ ਉਹਨੂੰ ਫਿਰ ਸਿਫਤ ਸਲਾਹ ਦਾ ਕੱਪੜਾ ਮਿਲਦਾ, ਭਾਵ ਬਾਣੀ ਦਾ ਜਾਪ, ਬਾਣੀ ਦਾ ਅਭਿਆਸ, ਉਹਨੂੰ ਫਿਰ ਪਰਮੇਸ਼ਰ ਵੱਲੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਨਦਰੀ ਮੋਖ ਦੁਆਰ, ਤੇ ਜਦੋਂ ਕਿਸੇ ਕੋਲ ਪਰਮੇਸ਼ਰ ਦੀ ਦਿੱਤੀ ਹੋਈ ਨਿਸ਼ਾਨੀ ਹੈ, ਸਿਫਤ ਸਲਾਹ ਰੂਪੀ ਕੱਪੜਾ ਹੋਵੇ, ਤੇ ਫਿਰ ਉਹਦੇ ਤੇ ਨਜ਼ਰ ਹੁੰਦੀ ਹੈ, ਮਿਹਰ ਭਰੀ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਹਕੀਕਤ ਹੈ। ਗੁਰੂ ਦੀ ਬਾਣੀ ਨੂੰ ਜਿਹੜਾ ਸ਼ਰਧਾ ਭਾਵਨਾ ਨਾਲ ਪੜ੍ਹੇਗਾ, ਉਹਦੇ ਜੀਵਨ ਦੇ ਵਿੱਚ ਤਬਦੀਲੀਆਂ ਆਉਣਗੀਆਂ। ਉਹ ਆਪਣੇ ਆਪ ਮਹਿਸੂਸ ਕਰੇਗਾ, ਕੋਈ ਕਿਸੇ ਨੂੰ ਕੀ ਦੱਸ ਸਕਦਾ ਹੈ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਏਵੈ ਜਾਣੀਐ, ਇਸ ਪ੍ਰਕਾਰ ਜਾਣੀਐ। ਇਸ ਪੰਕਤੀ ਦਾ ਉਚਾਰਨ ਵੀ ਐਵੇਂ ਜਾਣੀਐ ਪਾਠ ਕੀਤਾ ਜਾਂਦਾ, ਸੋ ਇਹ ਸ਼ੁੱਧ ਉਚਾਰਨ ਏਵੈ ਹੈ। ਈੜੀ ਏ ਵਾਵੇ ਦੁਲਾਵਾ ਬੈ, ਏਵੈ। ਇਹਨੂੰ ਐਵੇਂ ਨਹੀਂ ਕਰਨਾ। ਐਵੇਂ ਆਪਾਂ ਜ਼ਿਆਦਾ ਬੋਲਦੇ ਹਾਂ ਨਾ ਪੰਜਾਬੀ 'ਚ, ਇਸ ਵਾਸਤੇ ਐਵੇਂ ਨਿਕਲ ਜਾਂਦਾ ਆਮ ਸੰਗਤ ਪ੍ਰੇਮੀਆਂ ਕੋਲੋਂ, ਬਾਣੀ ਪੜ੍ਹਨ ਵਾਲਿਆਂ ਕੋਲੋਂ। ਨਾਨਕ ਐਵੇਂ ਜਾਣੀਏ ਜੋ ਗਲਤ ਹੈ, ਨਾਨਕ ਏਵੈ ਜਾਣੀਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ, ਇਸ ਤਰ੍ਹਾਂ ਜਾਣੀਦਾ ਪਰਮੇਸ਼ਰ ਨੂੰ,
ਸਭ ਆਪੇ ਸਤਿਆਰ। ਫਿਰ ਸਭ ਥਾਵਾਂ ਤੇ ਆਪੇ ਸਤਿਆਰ ਪਰਮੇਸ਼ਰ ਨਜ਼ਰੀ ਆਉਂਦਾ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸਿੱਧਾ ਆਖਣ ਲੱਗੇ ਮਹਾਰਾਜ ਉਹ ਪਰਮੇਸ਼ਰ ਕੀ ਕਿਸੇ ਦਾ ਬਣਾਇਆ ਹੋਇਆ ਹੈ? ਗੁਰੂ ਨਾਨਕ ਸਾਹਿਬ ਜੀ ਆਖਦੇ ਥਾਪਿਆ ਨਾ ਜਾਏ, ਅਸਥਾਪਿਤ ਨਹੀਂ ਕੀਤਾ ਹੋਇਆ ਪਰਮੇਸ਼ਰ ਕਿਸੇ ਦਾ। ਜਿਵੇਂ ਕਿਸੇ ਮੰਦਰ ਦੇ ਵਿੱਚ ਮੂਰਤੀ ਅਸਥਾਪਿਤ ਕੀਤੀ ਜਾਂਦੀ, ਟਿਕਾਈ ਜਾਂਦੀ ਹੈ, ਟਿਕਾਉਣ ਨੂੰ ਥਾਪਣਾ, ਅਸਥਾਪਿਤ ਕਰਨਾ। ਜਿਵੇਂ ਕੋਈ ਕਿਸੇ ਮੰਤਰੀ ਨੂੰ ਕਿਸੇ ਅਹੁਦੇ ਤੇ ਥਾਪਿਆ ਜਾਂਦਾ ਹੈ, ਜਿਵੇਂ ਕਿਸੇ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ, ਕਿਸੇ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ, ਉਹ ਬਣਾਇਆ ਵੀ ਜਾਂਦਾ ਹੈ ਤੇ ਫਿਰ ਲਾਇਆ ਵੀ ਜਾਂਦਾ। ਦੋਨੋਂ ਹੀ ਉਸ 'ਤੇ ਇਹ ਚੀਜ਼ਾਂ ਲਾਗੂ ਹੁੰਦੀਆਂ ਨੇ। ਜਿਹਨੂੰ ਥਾਪਿਆ ਜਾਏ ਉਹਨੂੰ ਫਿਰ ਲਾਉਣ ਦਾ ਵੀ ਤਰੀਕਾ ਹੁੰਦਾ ਹੈ। ਪਰ ਜੋ ਪਰਮੇਸ਼ਰ ਨੂੰ ਕਿਸੇ ਨੇ ਸਥਾਪਿਤ ਨਹੀਂ ਕੀਤਾ, ਕਿਸੇ ਵੱਲੋਂ ਥਾਪਿਆ ਨਹੀਂ ਗਿਆ, ਉਹ ਪਰਮੇਸ਼ਰ ਕੀਤਾ ਨਾ ਹੋਏ, ਕੀਤਾ ਬਣਾਇਆ ਨਹੀਂ ਕਿਸੇ ਦਾ, ਕਿਸੇ ਕਾਰੀਗਰ ਦਾ ਕੀਤਾ ਹੋਇਆ ਨਹੀਂ ਹੈ, ਪਰਮੇਸ਼ਰ ਬਣਾਇਆ ਹੋਇਆ ਨਹੀਂ ਹੈ। ਆਪੇ ਆਪ ਨਿਰੰਜਨ ਸੋਏ। ਉਹ ਪਰਮੇਸ਼ਰ ਨਿਰੰਜਨ ਮਾਇਆ ਦੀ ਕਾਲ ਤੋਂ ਰਹਿਤ ਜੋ ਹੈ, ਆਪੇ ਆਪ ਤੋਂ ਆਪਣੇ ਆਪ ਤੋਂ ਉਤਪੰਨ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਜਿਨ੍ਹਾਂ ਨੇ ਪਰਮੇਸ਼ਰ ਨੂੰ ਸੇਵਿਆ ਸਿਮਰਿਆ ਹੈ, ਤਿਨ ਪਾਇਆ ਮਾਨ, ਉਹਨਾਂ ਨੇ ਮਾਣ ਪ੍ਰਾਪਤ ਕੀਤਾ ਹੈ। ਨਾਨਕ ਗਾਵੀਏ ਗੁਣੀ ਨਿਧਾਨ। ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਗਾਉਣਾ ਚਾਹੀਦਾ ਹੈ। ਗਾਵੀਏ ਸੁਣੀਏ ਮਨ ਰਖੀਏ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਮਹਾਰਾਜ ਕੀ ਗਾਇਆ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿੱਧ ਆਖਦੇ ਹਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗਾਵੀਏ ਸੁਣੀਏ, ਪਰਮੇਸ਼ਰ ਨੂੰ ਗਾਉਣਾ ਵੀ ਚਾਹੀਦਾ ਹੈ ਤੇ ਪਰਮੇਸ਼ਰ ਦੇ ਪ੍ਰਥਾਏ ਜੇ ਕੋਈ ਗੁਰਮੁਖ ਪਿਆਰਾ ਗਾ ਰਿਹਾ ਹੋਵੇ ਤੇ ਫਿਰ ਉਹਦੇ ਕੋਲੋਂ ਸੁਣਨਾ ਵੀ ਚਾਹੀਦਾ ਹੈ। ਮਨ ਰੱਖੀਏ ਭਾਵ, ਗਾ ਕੇ ਸੁਣ ਕੇ ਤੇ ਫਿਰ ਮਨ ਦੇ ਵਿੱਚ ਭਾਵ ਪ੍ਰੇਮ ਰੱਖਣਾ ਚਾਹੀਦਾ। ਉਸ ਗਾਏ ਸੁਣੇ ਹੋਏ ਨੂੰ ਮਨ ਦੇ ਵਿੱਚ ਟਿਕਾਉਣਾ ਚਾਹੀਦਾ। ਗੁਰੂ ਦੀ ਬਾਣੀ ਦਾ ਪਾਠ ਸੁਣ ਕੇ ਜਾਂ ਬਾਣੀ ਦਾ ਪਾਠ ਕਰਕੇ ਉਹਦਾ ਧਿਆਨ ਮਨ ਦੇ ਵਿੱਚ ਟਿਕਾਉਣਾ ਚਾਹੀਦਾ, ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਬਾਣੀ ਪੜ੍ਹਨ ਨਾਲ। ਫਿਰ ਕੀ ਹੋਵੇਗਾ? ਦੁੱਖ ਪਰ ਹਰ, ਦੁੱਖ ਦੂਰ ਹੋ ਜਾਣਗੇ, ਸੁੱਖ ਘਰ ਲੈ ਜਾਏ ਤੇ ਆਪਣੇ ਹਿਰਦੇ ਰੂਪੀ ਘਰ ਵਿੱਚ ਜੀਵ ਸੁੱਖ ਲੈ ਕੇ ਜਾਏਗਾ। ਇਸੇ ਤਰ੍ਹਾਂ ਜਿਹੜਾ ਗੁਰੂ ਦੇ ਦਰ ਤੇ ਆਣ ਕੇ ਬਾਣੀ ਨੂੰ ਗਾਏਗਾ, ਬਾਣੀ ਨੂੰ ਸੁਣੇਗਾ, ਮਨ ਦੇ ਵਿੱਚ ਸ਼ਰਧਾ ਰੱਖੇਗਾ, ਇੱਕ ਦੂਸਰੇ ਨਾਲ ਈਰਖਾ ਨਹੀਂ ਰੱਖੇਗਾ, ਗੁਰੂ ਦੇ ਦਰ ਤੇ ਆਣ ਕੇ ਇੱਕ ਦੂਸਰੇ ਨਾਲ ਝਗੜੇ ਨਹੀਂ ਕਰੇਗਾ, ਇੱਕ ਦੂਸਰੇ ਪ੍ਰਤੀ ਨਫ਼ਰਤ ਨਹੀਂ ਰੱਖੇਗਾ, ਫਿਰ ਉਹਦੇ ਤੇ ਕੀ ਬਖਸ਼ਿਸ਼ ਹੋਏਗੀ? ਉਹ ਜਿੰਨੇ ਵੀ ਦੁੱਖ ਨੇ ਨਾ ਉਹਦੀ ਜ਼ਿੰਦਗੀ ਵਿੱਚ, ਭਾਵੇਂ ਉਹਨੂੰ ਸਮਾਜਿਕ ਦੁੱਖ ਹਨ, ਭਾਵੇਂ ਉਹਨੂੰ ਸਰੀਰਕ ਦੁੱਖ ਹਨ, ਸਰੀਰਕ ਰੋਗ ਹਨ, ਭਾਵੇਂ ਕੋਈ ਮਾਨਸਿਕ ਰੋਗ ਹਨ, ਉਹਦੇ ਪਰੇ ਹੋ ਜਾਣਗੇ, ਦੂਰ ਹੋ ਜਾਣਗੇ। ਸੁੱਖ ਘਰ ਲੈ ਜਾਏ, ਉਹ ਆਪਣੇ ਘਰ ਸੁੱਖ ਲੈ ਕੇ ਜਾਏਗਾ। ਪਰ ਬਖਸ਼ਿਸ਼ ਕਦੋਂ ਹੋਵੇਗੀ? ਜਦੋਂ ਗੁਰੂ ਦੇ ਦਰ ਤੋਂ ਗੁਰੂ ਦਾ ਪ੍ਰੇਮ ਲੈ ਕੇ ਜਾਏਗਾ, ਗੁਰੂ ਦੀ ਸਿੱਖਿਆ ਲੈ ਕੇ ਜਾਏਗਾ। ਜੇ ਬਾਣੀ ਪੜ੍ਹ ਸੁਣ ਕੇ ਤੇ ਉੱਥੇ ਗੁਰੂ ਦੇ ਦਰ ਤੇ ਹੀ ਛੱਡ ਕੇ ਤੇ ਬਾਹਰ ਜਾਂਦਿਆਂ ਦਰਵਾਜ਼ੇ ਚੋਂ ਨਿਕਲਦਿਆਂ ਆਏ ਚੁਗਲੀ, ਨਿੰਦਿਆ, ਇੱਕ ਦੂਸਰੇ ਪ੍ਰਤੀ ਨਫ਼ਰਤ, ਇਹੋ ਜਿਹੀ ਭਾਵਨਾ ਲੈ ਕੇ ਜੇ ਆਪਣੇ ਘਰ ਨੂੰ ਜਾਏਗਾ ਤੇ ਫਿਰ ਕੋਈ ਪ੍ਰਾਪਤੀ ਨਹੀਂ ਹੋਏਗੀ, ਫਿਰ ਦੁੱਖ ਵੀ ਨਾਲ ਲੈ ਜਾਏਗਾ। ਸੁੱਖ ਤਾਂ ਕੀ ਲਿਜਾਣੇ ਹਨ? ਗੁਰੂ ਦੇ ਦਰ ਤੇ ਜੋ ਵੀ ਸੰਗਤ ਅਭਿਆਸ ਕਰਨ ਆਉਂਦੀ ਹੈ ਉਹਨਾਂ ਲਈ ਕੋਈ ਜ਼ਰੂਰੀ ਹਦਾਇਤਾਂ ਹੁੰਦੀਆਂ ਨੇ। ਜੇ ਆਪਾਂ ਬਾਣੀ ਦਾ ਪੂਰਾ ਆਨੰਦ ਲੈਣਾ ਹੈ ਤਾਂ ਫਿਰ ਸਾਨੂੰ ਜਦੋਂ ਗੁਰੂ ਦੇ ਦਰ ਤੇ ਆਉਂਦੇ ਹਾਂ ਤਾਂ ਸਾਨੂੰ ਗੁਰੂ ਦੀ ਬਾਣੀ ਪੜ੍ਹ ਕੇ, ਗੁਰੂ ਦੀ ਬਾਣੀ ਸੁਣ ਕੇ ਜਦੋਂ ਘਰ ਜਾਂਦੇ ਹਾਂ ਤਾਂ ਸਾਨੂੰ ਸੰਸਾਰਿਕ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗੱਲਾਂ ਕਰਨ ਵਾਸਤੇ ਸਾਰਾ ਦਿਨ ਹੁੰਦਾ ਹੈ। ਬ੍ਰਹਮ ਮੁਹੂਰਤ ਪਰਮੇਸ਼ਰ ਦੀ ਨਾਮ ਬਾਣੀ ਦਾ ਅਭਿਆਸ ਕਰਨ ਵਾਸਤੇ ਪ੍ਰਾਪਤ ਹੋਇਆ ਜੀਵ ਨੂੰ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰ ਤੋਂ ਜਦੋਂ ਵੀ ਜਾਣਾ ਹੋਵੇ, ਆਮ ਸੰਸਾਰੀ ਗੱਲਾਂ ਜਾਂ ਦੁਨਿਆਵੀ ਗੱਲਾਂ ਕਿਸੇ ਵੀ ਤਰ੍ਹਾਂ ਦੀਆਂ ਕਰਨ ਤੋਂ ਸੰਕੋਚ ਕਰਨਾ ਚਾਹੀਏ। ਜਿਨ੍ਹਾਂ ਨੇ ਆਨੰਦ ਲੈਣਾ, ਜਿਨ੍ਹਾਂ ਨੇ ਆਤਮਿਕ ਅਵਸਥਾ ਉੱਚੀ ਕਰਨੀ ਹੈ, ਜ਼ਰੂਰੀ ਗੱਲ ਤੋਂ ਬਿਨਾਂ ਕਿਸੇ ਨਾਲ ਗੱਲਾਂ ਕਰਨੀਆਂ ਜਾਂ ਜ਼ਿਆਦਾ ਚਿਰ ਕੋਈ ਇੱਕ ਦੂਸਰੇ ਨਾਲ ਕਿਸੇ ਪ੍ਰਤੀ ਨਫ਼ਰਤ ਭਰੀ ਭਾਵਨਾ ਰੱਖਣੀ, ਇਹ ਸਾਨੂੰ ਜਿਹੜੀਆਂ ਚੀਜ਼ਾਂ ਹਨ ਇਹ ਢਹਿੰਦੀ ਕਲਾ ਵੱਲ ਲਿਜਾਂਦੀਆਂ ਹਨ। ਇਹ ਸਾਡੀ ਆਤਮਿਕ ਤਰੱਕੀ ਨਹੀਂ ਹੋਣ ਦਿੰਦੀਆਂ। ਗੁਰੂ ਨਾਨਕ ਸਾਹਿਬ ਜੀ ਆਖ ਰਹੇ ਹਨ ਦੁੱਖ ਪਰ ਹਰ, ਸੁੱਖ ਘਰ ਲੈ ਜਾਏ। ਆਪਣੇ ਹਿਰਦੇ ਰੂਪ ਘਰ ਤੇ ਜਿਹੜਾ ਪ੍ਰਤੱਖ ਘਰ ਹੈ ਉਹਦੇ ਵਿੱਚ ਸੁੱਖ ਲੈ ਕੇ ਜੀਵ ਚਲਿਆ ਜਾਂਦਾ ਜੇ ਕੋਈ ਗਾ ਕੇ ਸੁਣ ਕੇ ਮਨ 'ਚ ਪ੍ਰੇਮ ਰੱਖਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰਮੁਖ ਨਾਦੰ, ਗੁਰਮੁਖ, ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨ ਹੀ ਗੁਰਸਿੱਖ ਵਾਸਤੇ ਨਾਦ ਹਨ। ਨਾਦ ਸੰਗੀਤ ਜੋ ਇਸੇ ਤਰ੍ਹਾਂ ਨਾਦ ਨਾਮ ਅਨਹਦ ਨਾਦ ਨੂੰ ਵੀ ਕੁਝ ਲੋਕ ਸੁਣਦੇ ਹਨ ਜੋ ਬ੍ਰਹਿਮੰਡ ਦੀ ਆਵਾਜ਼ ਹੈ।
ਅਤੇ ਜੋਗੀ ਲੋਕ ਵੀ ਨਾਦ ਨੂੰ ਸੁਣਨ ਦਾ ਬੜਾ ਮਹਾਤਮ ਦੱਸਦੇ ਹਨ। ਕੁਝ ਲੋਕ ਦਸਮ ਦਵਾਰ ਦੇ ਵਿੱਚ ਜਾ ਕੇ ਨਾਦ ਨੂੰ ਸੁਣਦੇ ਹਨ। ਗੁਰੂ ਮਹਾਰਾਜ ਕਹਿੰਦੇ ਗੁਰੂ ਦੇ ਬਚਨ ਇਹੋ ਜਿਹੇ ਰਸਦਾਇਕ ਹਨ, ਤੁਹਾਨੂੰ ਅਨਹਦ ਨਾਦ ਗੁਰੂ ਦੇ ਬਚਨ ਹੀ ਉਹਨਾਂ ਰਸ ਤੁਹਾਨੂੰ ਗੁਰੂ ਦੇ ਬਚਨਾਂ ਦੁਆਰਾ ਹੀ ਆਉਣ ਲੱਗ ਪਏਗਾ ਜੇ ਗੁਰੂ ਦੇ ਬਚਨ ਸੁਣੋਗੇ। ਅਨਹਦ ਨਾਦ ਜਿਹਨੇ ਸੁਣਿਆ ਉਹਨੂੰ ਪਤਾ ਹੈ, ਹਰ ਕੋਈ ਨਹੀਂ ਸੁਣ ਸਕਦਾ। ਅਨਹਦ ਨਾਦ ਗੁਰੂ ਦੀ ਬਾਣੀ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਜੇ ਕੋਈ ਸ਼ਰਧਾ ਨਾਲ ਬਾਣੀ ਪੜ੍ਹਦਾ ਹੈ, ਗੁਰੂ ਦੀ ਬਾਣੀ ਸਹਿਜ ਨਾਲ ਪੜ੍ਹੀਏ ਤੇ ਸਾਨੂੰ ਇੰਨਾ ਕੁ ਆਨੰਦ ਆਏਗਾ, ਸਾਨੂੰ ਇੰਨਾ ਰਸ ਆਏਗਾ ਕਿ ਜਿੰਨਾ ਅਨਹਦ ਨਾਦ ਸੁਣਨ ਵਾਲਿਆਂ ਕੋਲ ਵੀ ਨਹੀਂ ਹੋਵੇਗਾ ਸ਼ਾਇਦ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰੂ ਦਾ ਜੋ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨ ਹਨ ਉਹ ਹੀ ਨਾਦ ਹਨ, ਸੰਗੀਤ ਹਨ, ਹੈ ਗੁਰੂ ਤੇ ਸਿੱਖ ਵਾਸਤੇ। ਗੁਰਮੁਖ ਵੇਦੰ, ਵੇਦ ਨਾਮ ਗਿਆਨ ਦਾ ਹੁੰਦਾ ਹੈ, ਕਿਉਂਕਿ ਗਿਆਨ ਦੇ ਗ੍ਰੰਥ ਹਨ ਵੇਦ। ਵੇਦ ਵੀ ਗੁਰੂ ਦੇ ਸਿੱਖ ਵਾਸਤੇ ਗੁਰੂ ਦੇ ਬਚਨ ਹਨ। ਗੁਰੂ ਦਾ ਸਿੱਖ ਗੁਰੂ ਦੇ ਬਚਨਾਂ ਨੂੰ ਹੀ ਵੇਦ ਤੇ ਗੁਰੂ ਦੇ ਬਚਨਾਂ ਨੂੰ ਹੀ ਨਾਦ ਮੰਨਦਾ ਹੈ। ਗੁਰੂ ਦੀ ਕਥਾ ਜੋ ਹੈ, ਗੁਰੂ ਦੀ ਬਾਣੀ ਦਾ ਜਿਹੜਾ ਪਾਠ ਹੈ, ਇਹ ਗੁਰੂ ਦੇ ਸਿੱਖ ਵਾਸਤੇ ਵੇਦ ਹੈ ਤੇ ਗੁਰੂ ਦੀ ਬਾਣੀ ਦਾ ਜਿਹੜਾ ਕੀਰਤਨ ਹੈ ਗੁਰੂ ਦੇ ਸਿੱਖ ਵਾਸਤੇ ਨਾਦ ਹੈ। ਗੁਰਮੁਖ ਰਹਿਆ ਸਮਾਈ, ਗੁਰੂ ਦੇ ਬਚਨਾਂ ਦੁਆਰਾ ਹੀ ਸਮਝ ਆਉਂਦੀ ਹੈ। ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨਾਂ ਦੁਆਰਾ ਹੀ ਗੁਰਮੁਖ ਬਣ ਕੇ ਕਿ ਰਹਿਆ ਸਮਾਈ, ਪਰਮੇਸ਼ਰ ਸਾਰੀਆਂ ਥਾਵਾਂ ਤੇ ਸਮਾਈ ਲੀਨ ਹੋ ਰਿਹਾ ਹੈ, ਸਾਰੀਆਂ ਥਾਵਾਂ ਤੇ ਸਮਾਇਆ ਹੋਇਆ, ਵਸਿਆ ਹੋਇਆ ਹੈ ਪਰਮੇਸ਼ਰ। ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਹਾਂਜੀ, ਬ੍ਰਹਮਾ ਗੁਰ ਪਾਰਵਤੀ ਮਾਈ। ਬ੍ਰਹਮਾ ਵੀ ਨਹੀਂ ਕਰਨਾ ਤੇ ਬਰਮਾ ਵੀ ਨਹੀਂ ਕਰਨਾ। ਬਰਮਾ ਭਾਰਾ ਕਰਕੇ ਬਰਮਾ, ਜਿੱਥੇ ਪੈਰ 'ਚ ਰਾਰਾ ਹੋਵੇ, ਬੱਬੇ ਦੇ ਪੈਰ 'ਚ ਰਾਰਾ, ਹਾਹਾ ਮੰਮੇ ਕੰਨਾ ਹੋਵੇ ਤੇ ਬ੍ਰਹਮਾ ਹੁੰਦਾ, ਜਿਵੇਂ ਰਹਿਰਾ ਸਾਹਿਬ 'ਚ ਹੁੰਦਾ ਹੈ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਉੱਥੇ ਬ੍ਰਹਮਾ ਹੋਵੇਗਾ, ਇੱਥੇ ਬ੍ਰਹਮਾ। ਗੁਰ ਈਸ਼ਰ, ਗੁਰੂ ਦੇ ਸਿੱਖ ਲਈ ਗੁਰੂ ਹੀ ਸ਼ਿਵ ਜੀ ਹੈ। ਭਾਵ ਗੁਰੂ ਦਾ ਸਿੱਖ ਸ਼ਿਵ ਜੀ ਦੀ ਪੂਜਾ ਨਹੀਂ ਕਰਦਾ, ਗੁਰੂ ਦੇ ਸਿੱਖ ਲਈ ਗੁਰੂ ਹੀ ਜਾਂ ਪਰਮੇਸ਼ਰ ਹੀ ਸ਼ਿਵ ਜੀ ਹੈ। ਗੁਰ ਗੋਰਖ, ਗੁਰੂ ਦੇ ਸਿੱਖ ਲਈ ਗੁਰੂ ਹੀ ਗੋਰਖ ਹੈ। ਬਰਮਾ ਗੁਰ ਤੇ ਗੁਰੂ ਦੇ ਸਿੱਖ ਲਈ ਗੁਰੂ ਹੀ ਬ੍ਰਹਮਾ ਹੈ। ਗੁਰੂ ਦਾ ਸਿੱਖ ਵੱਖੋ ਵੱਖਰੇ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਦਾ। ਪਾਰਵਤੀ ਮਾਈ, ਤੇ ਗੁਰੂ ਦੇ ਸਿੱਖ ਲਈ ਪਾਰਵਤੀ ਵੀ ਇੱਕ ਸਧਾਰਨ ਮਾਈ ਦੀ ਤਰ੍ਹਾਂ ਹੈ, ਇੱਕ ਮਾਂ ਦੀ ਤਰ੍ਹਾਂ ਹੈ, ਇੱਕ ਮਾਤਾ ਦੀ ਤਰ੍ਹਾਂ ਹੈ। ਗੁਰੂ ਦਾ ਸਿੱਖ ਇਸ ਤੋਂ ਵੱਧ ਕੇ ਪਾਰਵਤੀ ਨੂੰ ਵੀ ਹੋਰ ਕੁਛ ਨਹੀਂ ਸਮਝਦਾ, ਉਹਨਾਂ ਨੂੰ ਪੂਜਦਾ ਨਹੀਂ ਹੈ। ਹਾਂਜੀ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ, ਜੇ ਹੋ ਜਾਣਾ, ਜੇ ਮੈਂ ਪਰਮੇਸ਼ਰ ਪ੍ਰਤੀ ਕੁਛ ਜਾਣ ਵੀ ਲਵਾਂ ਤਾਂ ਆਖਾਂ ਨਹੀਂ, ਮੈਂ ਕਹਾਂਗਾ ਨਹੀਂ। ਕਿਉਂ ਨਹੀਂ ਕਹੋਗੇ ਮਹਾਰਾਜ? ਕਿਉਂਕਿ ਮਹਾਰਾਜ ਆਖਦੇ ਕਹਿਣਾ ਕਥਨ ਨਾ ਜਾਏ। ਕਹਿਣ ਦੇ ਨਾਲ ਪਰਮੇਸ਼ਰ ਕਥਿਆ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ ਪੂਰੀ ਤਰ੍ਹਾਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰੂ ਮਹਾਰਾਜ ਆਖਦੇ, ਮੇਰੀ ਤਾਂ ਪਰਮੇਸ਼ਰ ਅੱਗੇ ਇੱਕ ਅਰਦਾਸ ਹੈ, ਗੁਰਾ ਇੱਕ ਦੇਹ ਬੁਝਾਈ। ਇਹ ਗੁਰੂ ਮਹਾਰਾਜ, ਇਹ ਪਰਮੇਸ਼ਰ, ਇੱਕ ਮੈਨੂੰ ਇਹ ਸੋਝੀ ਬਖਸ਼ਿਸ਼ ਕਰ ਦਿਓ, ਇੱਕ ਮੈਨੂੰ ਇਹ ਗੱਲ ਬੁਝਾ ਦਿਓ, ਸਮਝਾ ਦਿਓ। ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਜੀਵਾਂ ਦਾ ਜੋ ਇੱਕ ਦਾਤਾ ਹੈ ਪਰਮੇਸ਼ਰ, ਉਹ ਮੈਨੂੰ ਕਦੀ ਵਿਸਰ ਨਾ ਜਾਏ। ਇਹ ਉਚਾਰਨ ਇਸ ਪ੍ਰਕਾਰ ਦਾ ਕਰਨਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬੁਝਾਈ ਇਹ ਬੱਬੇ ਦੇ ਉੱਪਰ ਅਧਿਕ ਲੱਗੇਗਾ, ਬੁਝਾਈ। ਬੁਝਾਈ ਤੋਂ ਭਾਵ ਸਮਝਾ ਦਿਓ, ਸਮਝਾ ਦਿੱਤੀ ਹੈ, ਸਮਝਾ ਦਿਓ।